ਹੈਲੋ ਸਟੂਡੈਂਟਸ। ਚੈਪਟਰ 14 ਕਾਗਜ਼ ਦੀ ਕਹਾਣੀ। ਪਿਆਰੇ ਬੱਚਿਓ, ਅੱਜ ਅਸੀਂ ਵੱਖ-ਵੱਖ ਪ੍ਰਕਾਰ ਦੇ ਕਾਗਜ਼ ਦੀ ਵਰਤੋਂ ਕਰਦੇ ਹਾਂ। ਕਿ ਤੁਸੀਂ ਸੋਚਿਆ ਹੈ ਕਿ ਇਹ ਕਿਵੇਂ ਬਣਦਾ ਹੈ, ਇਸ ਦਾ ਇਤਿਹਾਸ ਕੀ ਹੈ। ਇਸ ਪਾਠ ਵਿੱਚ ਅਸੀਂ ਕਾਗਜ਼ ਦੇ ਬਾਰੇ ਜਾਣਕਾਰੀ ਹਾਸਲ ਕਰਾਂਗੇ। ਕਾਗਜ਼ ਦੀ ਕਹਾਣੀ ਸਦੀਆਂ ਪੁਰਾਣੀ ਅਤੇ ਰੋਚਕਤਾ ਭਰਪੂਰ ਹੈ। ਅਜੋਕੇ ਸਮੇਂ ਵਿੱਚ ਵੱਖ-ਵੱਖ ਪ੍ਰਕਾਰ ਦੇ ਕਾਗਜ਼ਾਂ ਦੇ ਇਤਿਹਾਸ ਬਾਰੇ ਜਾਣ ਕੇ ਅਸੀਂ ਹੈਰਾਨ ਹੋਵਾਂਗੇ ਕਿ ਇਹ ਸਦੀਆਂ ਪੁਰਾਣਾ ਅਤੇ ਖੋਜ ਭਰਪੂਰ ਹੈ। ਕਾਗਜ਼ ਇੱਕ ਪਤਲਾ ਪਦਾਰਥ ਹੈ ਜੋ ਕੁਝ ਲਿਖਣ, ਕੁਝ ਛਾਪਣ ਜਾਂ ਕੋਈ ਚੀਜ਼ ਲਪੇਟਣ ਆਦਿ ਲਈ ਵਰਤਿਆ ਜਾਂਦਾ ਹੈ। ਕਾਗਜ਼ ਦਾ ਰੰਗ ਆਮ ਤੌਰ 'ਤੇ ਚਿੱਟਾ ਹੁੰਦਾ ਹੈ। ਕਾਗਜ਼ ਕੱਪੜਾ, ਲੱਕੜੀ ਜਾਂ ਘਾਹ ਦਾ ਬਣਿਆ ਹੁੰਦਾ ਹੈ। ਆਮ ਤੌਰ 'ਤੇ ਇਸ ਦੀ ਵਰਤੋਂ ਲਿਖਣ ਜਾਂ ਛਾਪਣ ਲਈ ਹੀ ਕੀਤੀ ਜਾਂਦੀ ਹੈ। ਇਤਿਹਾਸਕ ਤੱਥਾਂ ਤੋਂ ਇਹ ਜਾਣਕਾਰੀ ਹਾਸਲ ਹੁੰਦੀ ਹੈ ਕਿ ਕਾਗਜ਼ ਦੀ ਲੋੜ ਜਾਂ ਹੋਂਦ ਲਿਪੀ ਅਤੇ ਭਾਸ਼ਾ ਦੀ ਵਰਤੋਂ ਨਾਲ ਸੰਬੰਧ ਰੱਖਦੀ ਹੈ। ਜਦੋਂ ਤੋਂ ਪੁਰਾਤਨ ਮਨੁੱਖ ਨੇ ਲਿਪੀ ਨੂੰ ਈਜਾਦ ਕੀਤਾ ਤਾਂ ਉਸ ਤੋਂ ਬਾਅਦ ਲਿਪੀ ਨੂੰ ਲਿਖਤੀ ਤੌਰ 'ਤੇ ਸਾਂਭਣ ਲਈ ਉਸ ਨੇ ਕਾਗਜ਼ ਦੀ ਲੋੜ ਮਹਿਸੂਸ ਕੀਤੀ। 1000 ਸਾਲ ਪਹਿਲਾਂ ਮਨੁੱਖ ਦੇ ਪੱਥਰਾਂ, ਰੇਤ, ਗੁਫਾਵਾਂ ਦੀਆਂ ਕੰਧਾਂ ਜਾਂ ਤਾੜ ਦੇ ਪੱਤਿਆਂ ਉੱਤੇ ਚਿੱਤਰਾਂ ਰਾਹੀਂ ਆਪਣੀ ਸੋਚ ਨੂੰ ਰੂਪਮਾਨ ਕਰਨ ਦਾ ਯਤਨ ਕੀਤਾ। ਇਸ ਤੋਂ ਬਾਅਦ ਮਨੁੱਖ ਨੇ ਆਪਣੀ ਸੋਚ ਨੂੰ ਜ਼ਿਆਦਾ ਸਮੇਂ ਤੱਕ ਸੰਭਾਲਣ ਲਈ ਮਨੁੱਖ ਇਸ ਦੀ ਲਿਖਤੀ ਰੂਪ ਦੇਣ ਬਾਰੇ ਸੋਚਿਆ। ਇਤਿਹਾਸਕ ਸਰੋਤਾਂ ਦੁਆਰਾ ਇਕੱਠੀ ਕੀਤੀ ਜਾਣਕਾਰੀ ਅਨੁਸਾਰ ਸਭ ਤੋਂ ਪਹਿਲਾਂ ਚੀਨ ਵਿੱਚ ਕਾਗਜ਼ ਪਹਿਲੀ ਸਦੀ ਵਿੱਚ ਹੋਂਦ ਵਿੱਚ ਆਇਆ ਸੀ। ਉਸ ਤੋਂ ਪਹਿਲਾਂ ਲਿਖਣ ਲਈ ਲੱਕੜੀ ਦੀ ਵਰਤੋਂ ਕੀਤੀ ਜਾਂਦੀ ਸੀ। 250 ਈਸਾ ਪੂਰਵ ਦੇ ਨੇੜੇ ਮਿਸਰ ਦੇਸ਼ ਦੇ ਲੋਕਾਂ ਨੇ ਪਾਪਰ-ਏਰਸ ਨਾਮਕ ਪੱਤੇ ਦੀ ਖੋਜ ਕੀਤੀ। ਇਸ ਦੇ ਤਲ ਉੱਤੇ ਲਿਖਿਆ ਜਾ ਸਕਦਾ ਸੀ। ਕਾਗਜ਼ ਦੇ ਲਈ ਵਰਤਿਆ ਜਾਣ ਵਾਲਾ ਅੰਗਰੇਜ਼ੀ ਭਾਸ਼ਾ ਦਾ ਸ਼ਬਦ ਪੇਪਰ ਅਸਲ ਵਿੱਚ ਸ਼ਬਦ ਪਾਪਏਰਸ ਤੋਂ ਹੀ ਉਪਜਿਆ ਹੈ। ਪਾਪਏਰਸ ਇੱਕ ਕਾਗਜ਼ੀ ਕਿਸਮ ਹੈ ਜੋ ਪ੍ਰਾਚੀਨ ਮਿਸਰ ਵਿੱਚ ਲਿਖਾਵਟ ਲਈ ਵਰਤੀ ਜਾਂਦੀ ਸੀ। ਇਹ ਇੱਕ ਖਾਸ ਕਿਸਮ ਦੇ ਪੌਦੇ, ਜਿਸਨੂੰ ਸਾਈਪਰਸ ਪਾਪੇਰਸ ਕਿਹਾ ਜਾਂਦਾ ਹੈ, ਤੋਂ ਤਿਆਰ ਕੀਤਾ ਜਾਂਦਾ ਹੈ। ਇਹ ਪੌਦਾ ਆਮ ਤੌਰ 'ਤੇ ਨੀਲ ਨਦੀ ਦੇ ਕੰਢਿਆਂ 'ਤੇ ਪਾਇਆ ਜਾਂਦਾ ਸੀ। ਇਸ ਦੀ ਵਰਤੋਂ ਕਰਨ ਦੇ ਵੀ ਕਈ ਤਰੀਕੇ ਸਨ। ਮਿਸਰ ਵਾਸੀ ਪਾਪੇਰਸ ਦੀ ਵਰਤੋਂ ਬੇੜੀਆਂ, ਚਾਦਰਾਂ, ਰੱਸੀਆਂ, ਸੈਂਡਲਾਂ ਆਦਿ ਨੂੰ ਬਣਾਉਣ ਲਈ ਕਰਦੇ ਸਨ, ਪਰੰਤੂ ਬਾਅਦ ਵਿੱਚ ਇਸ ਦੀ ਵਰਤੋਂ ਲਿਖਣ ਸਮੱਗਰੀ ਵਿੱਚ ਵੀ ਕੀਤੀ ਜਾਣ ਲੱਗੀ। ਜਿਵੇਂ ਕਿ ਆਮ ਕਹਾਵਤ ਅਨੁਸਾਰ ਕਿਹਾ ਜਾਂਦਾ ਹੈ ਕਿ ਲੋੜ ਕਾਂਡ ਦੀ ਮਾਂ ਹੁੰਦੀ ਹੈ ਅਤੇ ਕੋਈ ਵੀ ਕਾਂਡ ਕਿਸੇ ਵਿਅਕਤੀ ਵਿਸ਼ੇਸ਼ ਦੁਆਰਾ ਲਗਨ ਨਾਲ ਕੀਤੇ ਕੰਮ ਅਤੇ ਵਾਰ-ਵਾਰ ਕੀਤੀਆਂ ਕੋਸ਼ਿਸ਼ਾਂ ਦਾ ਹੀ ਨਤੀਜਾ ਹੁੰਦੀ ਹੈ। ਉਸੇ ਤਰ੍ਹਾਂ ਹੀ ਕਾਗਜ਼ ਦੀ ਖੋਜ ਕਰਨ ਵਾਲਾ ਪਹਿਲਾ ਵਿਅਕਤੀ ਚੀਨ ਵਾਸੀ ਲਾਈ ਲੂਨ ਸੀ। ਚਾਈ ਲੂਨ ਨੇ ਮਨੁੱਖਾਂ ਦੇ ਤਣੇ ਦੀਆਂ ਛਿੱਲੜਾਂ, ਪਾਟੀਆਂ, ਲੀਰਾਂ, ਰੱਸੀ ਦੇ ਟੋਟਿਆਂ ਆਦਿ ਜਿਹੀਆਂ ਫਾਲਤੂ ਚੀਜ਼ਾਂ ਵਰਤ ਕੇ ਕਾਗਜ਼ ਤਿਆਰ ਕੀਤਾ ਸੀ। ਉਸਨੇ ਲੱਕੜੀ ਦੀ ਰਾਖ ਨਾਲ ਉਪਰੋਕਤ ਵਸਤੂਆਂ ਨੂੰ ਇੱਕ ਵੱਡੇ ਬਰਤਨ ਵਿੱਚ ਉਬਾਲ ਕੇ ਇੱਕ ਸੰਘਣਾ ਜਿਹਾ ਗੁੱਦਾ ਤਿਆਰ ਕੀਤਾ ਅਤੇ ਫਿਰ ਵੇਲਣੇ ਤੋਂ ਲੰਘਾ ਕੇ ਉਸ ਗੁੱਦੇ ਤੋਂ ਪਾਣੀ ਵੱਖ ਕਰ ਦਿੱਤਾ ਅਤੇ ਖੁਸ਼ਕ ਸਮਤਲ ਹੋ ਚੁੱਕੇ ਗੁੱਦੇ ਨੂੰ ਸੁਕਾ ਕੇ ਲਿਖਣਯੋਗ ਕਾਗਜ਼ ਤਿਆਰ ਕਰਨ ਲਈ ਕਾਮਯਾਬੀ ਹਾਸਲ ਕੀਤੀ। ਉਸ ਵੱਲੋਂ ਤਿਆਰ ਕੀਤਾ ਗਿਆ ਕਾਗਜ਼ ਲਿਖਣ ਹਿੱਤ ਵਧੀਆ, ਸਸਤਾ ਅਤੇ ਸੌਖੀ ਤਰ੍ਹਾਂ ਵਰਤੋਂ ਅਤੇ ਸਾਂਭਣਯੋਗ ਸੀ, ਜਿਸ ਨੂੰ ਭਾਰੀ ਮਾਤਰਾ ਵਿੱਚ ਤਿਆਰ ਕੀਤਾ ਜਾ ਸਕਦਾ ਸੀ। ਚਾਈ ਲੂਨ ਦੀ ਇਸ ਖੋਜ ਨੇ ਪੜ੍ਹਨ, ਲਿਖਣ ਅਤੇ ਗਿਆਨ ਵੰਡਣ ਦੇ ਖੇਤਰ ਵਿੱਚ ਕ੍ਰਾਂਤੀ ਲਿਆ ਦਿੱਤੀ। ਜੇਕਰ ਇੱਥੇ ਅਸੀਂ ਜ਼ਿਕਰ ਕਰੀਏ ਦੂਜੇ ਦੇਸ਼ਾਂ ਵਿੱਚ ਇਸ ਦੇ ਖੋਜ ਦੇ ਪਹੁੰਚਣ, ਤਾਂ ਚੀਨ ਤੋਂ ਬਾਅਦ ਕੋਰੀਆ ਤੱਕ ਕਾਗਜ਼ ਦਾ ਗਿਆਨ 3 ਸਦੀ ਈਸਾ ਤੋਂ ਬਾਅਦ, ਜਾਪਾਨ ਵਿੱਚ 6ਵੀਂ ਸਦੀ, ਵੀਅਤਨਾਮ ਅਤੇ ਫਿਰ ਭਾਰਤ ਵਿੱਚ 6ਵੀਂ ਸਦੀ ਅਤੇ ਬਰਤਾਨੀਆ, ਫਰਾਂਸ, ਇਟਲੀ ਅਤੇ ਬਾਕੀ ਯੂਰਪੀ ਦੇਸ਼ਾਂ ਤੱਕ ਇਸ ਦਾ ਗਿਆਨ 15ਵੀਂ ਸਦੀ ਤੱਕ ਪਹੁੰਚਿਆ। ਇਤਿਹਾਸ ਵਿੱਚ ਦਰਜ ਪਹਿਲੀ ਬ੍ਰਿਟਿਸ਼ ਪੇਪਰ ਮਿਲ ਸੰਨ 1490 ਵਿੱਚ ਹਰਟਫੋਰਡਸ਼ਾਇਰ ਵਿਖੇ ਸ਼ੁਰੂ ਹੋਈ। ਅਜੋਕੇ ਯੁੱਗ ਵਿੱਚ ਅਸੀਂ ਕਈ ਕਿਸਮਾਂ ਦੇ ਕਾਗਜ਼ ਦਾ ਪ੍ਰਯੋਗ ਕਰਦੇ ਹਾਂ, ਜਿਸ ਵਿੱਚ ਆਮ ਵਰਤੋਂ ਲਈ ਸਾਧਾਰਨ ਜਾਂ ਫਿਰ ਵਧੀਆ ਕਿਸਮ ਦੇ ਕਾਗਜ਼ ਦੀ ਵਰਤੋਂ ਹੁੰਦੀ ਹੈ। ਆਮ ਵਰਤੋਂ ਵਾਲੇ ਕਾਗਜ਼ ਬਣਾਉਣ ਲਈ ਜ਼ਿਆਦਾਤਰ ਲੱਕੜੀ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਵਧੀਆ ਕਿਸਮ ਦਾ ਕਾਗਜ਼ ਤਿਆਰ ਕਰਨ ਲਈ ਲੱਕੜੀ, ਉੱਨ ਅਤੇ ਕਪਾਹ ਆਦਿ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਇਸ ਨੂੰ ਤਿਆਰ ਕਰਨ ਲਈ ਕਈ ਕੈਮੀਕਲਾਂ ਦੀ ਵਰਤੋਂ ਕੀਤੀ ਜਾਂਦੀ ਹੈ। 1 ਟਨ ਨਵਿਆਉਣਯੋਗ ਕਾਗਜ਼ ਤਿਆਰ ਕਰਨ ਲਈ ਲਗਭਗ 24 ਦਰੱਖਤਾਂ ਦੀ ਲੱਕੜ ਖਪਤ ਹੁੰਦੀ ਹੈ। 1 ਟਨ ਕਾਗਜ਼ ਦੇ ਅਖਬਾਰ ਤਿਆਰ ਕਰਨ ਲਈ 12 ਦਰੱਖਤਾਂ ਨੂੰ ਕੱਟਣਾ ਪੈਂਦਾ ਹੈ।
ਇਸ ਤੋਂ ਇਲਾਵਾ ਇੱਕ ਦਰਖਤ ਤੋਂ 8333 ਪੇਜ ਤਿਆਰ ਕੀਤੇ ਜਾਂਦੇ ਹਨ। ਇਸ ਪਾਠ ਵਿੱਚ ਅਸੀਂ ਜਾਣਕਾਰੀ ਹਾਸਲ ਕੀਤੀ ਸੀ ਕਿ ਕਾਗਜ਼ ਦਾ ਇਤਿਹਾਸ ਕੀ ਹੈ ਅਤੇ ਇਹ ਕਿਵੇਂ ਤਿਆਰ ਕੀਤਾ ਜਾਂਦਾ ਹੈ। ਇਹ ਜਾਣਕਾਰੀ ਹਾਸਲ ਕਰਨ ਸਾਨੂੰ ਪ੍ਰਣ ਕਰਨਾ ਚਾਹੀਦਾ ਹੈ ਕਿ ਸਾਨੂੰ ਕਾਗਜ਼ ਦੀ ਦੁਰਵਰਤੋਂ ਛੱਡ ਕੇ ਉਸ ਦੀ ਸਦਉਪਯੋਗ ਕਰਨਾ ਚਾਹੀਦਾ ਹੈ, ਕਿਉਂਕਿ ਇਸ ਦੀ ਸਹੀ ਵਰਤੋਂ ਨਾਲ ਅਸੀਂ ਇਸ ਦੇ ਨਿਰਮਾਣ ਲਈ ਵਰਤੇ ਜਾਣ ਵਾਲੇ ਦਰੱਖਤਾਂ ਕੋਲੇ ਬਿਜਲੀ, ਧਨ, ਮਨੁੱਖੀ ਸ਼ਕਤੀ ਅਤੇ ਹੋਰ ਕੁਦਰਤੀ ਸਾਧਨਾਂ ਦੀ ਦੁਰਵਰਤੋਂ ਨੂੰ ਰੋਕ ਕੇ ਬਚਾ ਸਕਦੇ ਹਾਂ। ਇਸ ਦੀ ਸੁਚੱਜੀ ਵਰਤੋਂ ਕਰਕੇ ਅਸੀਂ ਖਾਸ ਰੁੱਖਾਂ ਦੀ ਹੋ ਰਹੀ ਅੰਨ੍ਹੇਵਾਹ ਕਟਾਈ ਉੱਤੇ ਰੋਕਥਾਮ ਲਗਾ ਸਕਦੇ ਹਾਂ। ਕਾਗਜ਼ ਦੀ ਸਹੀ ਵਰਤੋਂ ਕਰਕੇ ਹੀ ਅਸੀਂ ਆਪਣੇ ਦੇਸ਼ ਦੇ ਨਿਰਮਾਣ ਵਿੱਚ ਆਪਣਾ ਯੋਗਦਾਨ ਪਾ ਸਕਦੇ ਹਾਂ ਅਤੇ ਕੁਦਰਤੀ ਸਰੋਤਾਂ ਦੀ ਖਪਤ ਨੂੰ ਘਟਾ ਸਕਦੇ ਹਾਂ ਅਤੇ ਪ੍ਰਦੂਸ਼ਿਤ ਹੋ ਰਹੇ ਵਾਤਾਵਰਣ ਨੂੰ ਬਚਾ ਕੇ ਮਨੁੱਖੀ ਜ਼ਿੰਦਗੀ ਨੂੰ ਜਿਉਣ ਯੋਗ ਬਣਾ ਸਕਦੇ ਹਾਂ।